अस्सलाम वालेकुम। नज़र चौहान ਤੁਹਾਡੇ ਨਾਲ ਅਮਰੀਕਾ ਤੋਂ ਰਾਬਤੇ 'ਚ ਇਸ ਵਕਤ ਬਾਹਰ ਦਰਜਾ ਹਰਾਰਤ 10 ਡਿਗਰੀ ਸੈਂਟੀਗ੍ਰੇਡ ਹੈ। ਮੇਰਾ ਡੈਸ਼ਬੋਰਡ ਕਹਿ ਰਿਹਾ ਜੀ ਕਿ 50 ਡਿਗਰੀ ਫਾਰਨਹਾਈਟ। ਜੁਮੇਰਾਤ ਅਪ੍ਰੈਲ ਦੀ 2 ਤਾਰੀਖ ਤੇ 3:25 ਕੱਲ 3 ਵਜੇ ਸੀ ਗਾਲਬਨ ਥੋੜਾ ਜਿਹਾ ਲੇਟ। ਆਉਂਦੇ ਆ ਇੰਟਰਨੈਸ਼ਨਲ ਔਰ ਨੈਸ਼ਨਲ ਨਿਊਜ਼ ਦੀ ਤਰਫ। ਪਹਿਲਾ ਤੇ ਇਹ ਹੈ ਕਿ ਉਹ ਦੀਬਾ ਸਾਹਿਬਾ ਦੇ ਐਡਰੈਸ ਲਈ ਬੜੇ ਲੋਕ ਕਹਿ ਰਹੇ ਨੇ ਤੇ ਮੈਨੂੰ ਉਹਨਾਂ ਨੂੰ ਪੁੱਛਣਾ ਪੈਂਦਾ, ਜਿਹੜੇ ਤੇ ਮੇਰੇ ਨਾਲ ਚੋਖੇ ਕਲੋਜ਼ ਨੇ ਉਹਨਾਂ ਨੂੰ ਤੇ ਮੈਂ ਦੇਂਦਾ ਆ, ਬਾਕੀ ਉਹਨਾਂ ਦੀ ਮੈਂ ਅੱਜ ਕੋਈ ਸਾਈਟ ਵਗੈਰਾ ਲੈਣਾ ਆ ਜਿੱਥੋਂ ਕਿ ਤੁਸੀਂ ਉਹਨਾਂ ਦੇ ਨਾਲ ਰਾਬਤਾ ਕਰ ਸਕਦੇ ਹੋ। ਪਾਕਿਸਤਾਨੀਆਂ ਤੇ ਮੈਨੂੰ ਥੋੜਾ ਜਿਹਾ ਟਰਸਟ ਵੀ ਨਹੀਂ ਹੁੰਦਾ, ਬੜੇ ਇਸ਼ੂਜ਼ ਹੁੰਦੇ ਨੇ। ਮੈਂ ਆਪ ਜਦੋਂ E2 ਲਈ ਕੰਸਲਟੈਂਸੀ ਕਰ ਰਿਹਾ ਸੀ ਤੇ ਬਹੁਤ ਵਿੱਚੋਂ ਬੋਗਸ ਲੋਕ ਵੀ ਉਹਦੇ 'ਚ ਸ਼ਾਮਲ ਹੋ ਜਾਂਦੇ ਸੀ। ਕੱਲ ਦਾ ਵੀਲੌਗ ਦੂਸਰਾ ਵੀ ਜਿਹੜਾ ਹੈ ਤੌਸੀਫ ਸਾਹਿਬ ਨਾਲ ਪਸੰਦ ਹੋਇਆ, ਕੋ ਕਿ ਜ਼ਹਿਰਾ ਪੈਨ ਨੇ ਉਹਦੇ ਤੇ ਆਬਜੈਕਸ਼ਨ ਔਰ ਕੁਝ ਲੋਕਾਂ ਨੇ ਰਾਈਟਲੀ ਕਿ ਜੀ ਇਮਰਾਨ ਖਾਨ ਦਰਅਸਲ ਆਪਣੇ ਲਈ ਨਹੀਂ ਕਰ ਰਿਹਾ, ਉਹ ਕੌਮ ਲਈ ਕਰ ਰਿਹਾ, ਇਸ ਲਈ ਉਹ ਜਿਹੜਾ ਆ ਆਪਣਾ ਹੀ ਇਜ਼ ਨਾਟ ਬੋਦਰਡ। ਉਹ ਬਾਹਰ ਤੇ ਤਦ ਜਾਏ ਅਗਰ ਉਹ ਆਪਣਾ ਆਪਣੇ ਲਈ ਕਰ ਰਿਹਾ ਹੋਵੇ ਤੇ ਸੇਵ ਹਿਮਸੈਲਫ। ਨੋ ਨੋ, ਮੇਰੀ ਆਰਗੂਮੈਂਟ ਇਹ ਹੈ, ਜਦੋਂ ਮੈਂ ਰਿਜ਼ਾਈਨ ਕੀਤਾ ਸੀ to save myself from for another fight. I never wanted to die like a dog. I wanted to save myself for another fight. ਗਾਂਡਾ ਤੁਸੀਂ ਦੇਖ ਲਓ, ਫਾਈਟ ਤੇ ਨਹੀਂ ਹੋਣੀ ਕੀਤੀ। ਜਿਹੜੇ ਵੀ ਲੋਕ ਬਾਹਰ ਗਏ ਰਿਲੇਟਿਵਲੀ ਦੇ ਹੈਵ ਐਨ ਐਡਵਾਂਟੇਜ। ਖੈਰ ਇਨ ਐਨੀ ਵੇ ਡਿਬੇਟ ਹੋ ਸਕਦਾ, ਲੇਕਿਨ ਉਹਨੇ ਕੱਚੀ ਖਬਰ ਇਹ ਹੈ ਕਿ ਕੱਲ ਮੈਨੂੰ ਉਹ ਆਪਣੇ ਸੇਬ ਸਾਹਿਬ ਕਹਿ ਰਹੇ ਸੀ ਰਾਤ ਕੇ, ਉਹ ਅੱਜ ਹੀ ਬਲਕਿ ਰਾਤ ਦੀ ਜਿਹੜਾ ਸੀ ਵੀਲੌਗ ਇਸਾਰ ਰਾਣਾ ਦਾ, ਕਿ ਜਨਾਬ ਸਾਹਿਬ ਇਹ ਤੁਹਾਨੂੰ ਤੇ ਨਹੀਂ ਦਿਨ ਨੂੰ ਸੁਣਦਾ ਮਾਯੂਸੀ ਫੈਲਾ ਰਿਹਾ ਕਿ ਮਾਈਨਸ ਇਮਰਾਨ ਤੈਅ ਹੋ ਗਿਆ ਇਹ ਉਹ ਅੱਜ ਹੀ ਉਹਦੀ ਨਫੀ ਹੋ ਗਈ ਕਿ ਜਨਾਬ ਸਾਹਿਬ ਸੁਹੇਲ ਅਫਰੀਦੀ ਨੇ 7 ਔਰ 9 ਤਾਰੀਖ ਦੇ ਦਿੱਤੀ ਹੈ। 2 ਤਾਰੀਖਾਂ ਯਾਦ ਰੱਖਣੀਆਂ, ਇੱਕ ਪਿੰਡੀ ਲਈ ਹੈ ਔਰ ਇੱਕ ਹਜ਼ਾਰਾ ਜਾਂ ਕਿੱਥੇ ਜਲਸੇ ਦਾ ਜਾਂ ਕੀ ਹੈ, ਪੈਰਾਂ ਲਈ ਬੜੀਆਂ ਇੰਪੋਰਟੈਂਟ ਡੇਟਸ ਨੇ। ਔਰ ਇੱਕ ਕਡਿਆਲਾ ਲਈ ਹੈ, ਫਿਰ ਇੱਕ ਮੇਰਾ ਖਿਆਲ ਇਸ ਤਰ੍ਹਾਂ ਦਾ ਸਿਲਸਿਲਾ ਹੈ। ਠੀਕ ਹੈ ਜੀ। ਔਰ ਇੱਕ ਪਿਸ਼ਾਵਰ ਵਗੈਰਾ 'ਚ ਕਿਤੇ ਜਲਸੇ ਲਈ ਹੈ। ਇਹ 2 ਤਾਰੀਖਾਂ ਤੇ ਹੀ ਹੁਣ ਇਕੱਠੇ ਹੋ ਜਾਓ। ਤੁਸੀਂ ਦੇਖੋ ਸਾਰਿਆਂ ਨੇ ਮਿਲ ਕੇ ਸਾਰ ਰਾਣਾ ਪੰਪੀ ਬਾਜੇ ਵਜਾਏ, ਸਭ ਨੇ ਸੁਹੇਲ ਰਾਣਾ ਮੱਕਾਰ ਹੈ, ਫਰਾਡ ਅਫਰੀਦੀ ਫਰਾਡ ਹੈ, ਮੱਕਾਰ ਹੈ, ਇਹ ਹੈ ਉਹ ਹੈ। ਚਲੋ ਜੀ, ਫਿਰ ਉਹ ਤੇ ਫਰਾਡ ਨਹੀਂ, ਉਹ ਤੇ ਕਹਿੰਦਾ ਆ ਜਾਓ ਫਿਰ। ਅਸਲ ਇਸ਼ੂ ਮੈਂ ਤੁਹਾਨੂੰ ਦੱਸਾਂ ਆਵਾਮ 'ਚ ਹੈ। ਮੈਂ ਕਦੀ ਵੀ ਲੀਡਰਸ਼ਿਪ ਨੂੰ ਬਲੇਮ ਨਹੀਂ ਕੀਤਾ। ਲੀਡਰਸ਼ਿਪਸ ਕਦੀ ਵੀ ਇਨਕਲਾਬ ਨਹੀਂ ਲਿਆ ਸਕਦੀਆਂ। ਲੀਡਰਸ਼ਿਪਸ ਲੀਡਰ ਬਲਕਿ ਨਹੀਂ ਇਨਕਲਾਬ ਲਿਆ ਸਕਦਾ, ਪਬਲਿਕ। ਨਾਰਮਲੀ ਜਿੰਨੇ ਸਾਬਕਾ ਰੈਵੋਲੂਸ਼ਨ ਤਾਰੀਖ 'ਚ ਰਹੇ ਨੇ, ਉਹਨਾਂ ਦੇ ਪਿੱਛੇ ਜਿਹੜੀ ਚੀਜ਼ ਹੈ ਉਹ ਹਮੇਸ਼ਾ ਅਵਾਮ ਦਾ ਰਿਐਕਸ਼ਨ ਫਟ ਜਾਣਾ ਹੈ। ਲੀਡਰਲੈਸ ਇਨਕਲਾਬ ਆਏ ਨੇ ਹਰ ਜਗ੍ਹਾ ਜਨਾਬ ਸਾਹਿਬ। To some extent, Mao Zedong, what he rallied people, it was the people who mattered. ਲਿਹਾਜ਼ਾ ਔਰ ਇਮਰਾਨ ਖਾਨ ਲਈ ਲੋਕ ਇਕੱਠੇ ਹੋਏ ਸੀ, ਇਮਰਾਨ ਖਾਨ ਹੀ ਬੈਠ ਗਿਆ। ਲੌਂਗ ਮਾਰਚਸ ਇਮਰਾਨ ਖਾਨ ਨੂੰ ਬਹੁਤ ਜ਼ਿਆਦਾ ਪਜ਼ੀਰਾਈ ਮਿਲੀ, ਲੋਕ ਇਨਕਲਾਬ ਲਈ ਆ ਰਹੇ ਸੀ। ਮੈਂ ਸਮਝਦਾ ਇਮਰਾਨ ਖਾਨ ਨੇ ਉਹ ਗੋਲਡਨ ਓਪਰਚੁਨਿਟੀ ਵੇਸਟ ਕੀਤੀ। ਅਗਰ ਇਹ ਕਹਿੰਦੇ ਆ ਨਾ ਕਿ ਇਮਰਾਨ ਖਾਨ ਆਪਣੇ ਲਈ ਨਹੀਂ ਕਰ ਰਿਹਾ, ਉਹ ਤੇ ਜੀ ਲੋਕਾਂ ਲਈ ਕਰ ਰਿਹਾ, ਫਿਰ ਵਾਈ ਹੀ ਡਿਡ ਨਾਟ ਧਰਨਾ GHQ ਦੇ ਸਾਹਮਣੇ ਧਰਨਾ ਕਿਉਂ ਨਹੀਂ ਦਿੱਤਾ, ਜਿਸ ਦਿਨ ਲੰਗੜਾਉਂਦੇ ਹੋਏ ਪਿੰਡੀ ਲੱਖਾਂ ਦਾ ਨਹੀਂ ਚਲੋ ਹਜ਼ਾਰਾਂ ਦਾ ਜਲੂਸ ਲੈ ਕੇ ਪਹੁੰਚਿਆ, ਕਿਉਂ ਨਹੀਂ ਉੱਥੇ ਧਰਨਾ ਦਿੱਤਾ? ਯੂ ਸੀ, ਇਹ ਨਹੀਂ, ਨੋ 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 ਨੋ, that fault had been with ਇਮਰਾਨ ਖਾਨ। ਲੇਕਿਨ ਮੈਂ ਸਭ ਤੋਂ ਜ਼ਿਆਦਾ ਬਲੇਮ ਡੈਡਲਾਈਨ ਹੈ ਆਵਾਮ ਨੂੰ ਦਿੰਦਾ। ਹੁਣ ਨਲੀਮਾ ਆਪਾਂ ਕੱਲੀ ਹੁੰਦੀ ਹੈ ਵਿਚਾਰੀ ਉੱਥੇ, ਠੀਕ ਹੈ ਜੀ, ਜਾਂ ਹੋਰ ਸਿਸਟਰਸ ਤੋਂ, ਬਸ ਖਤਮ, ਕੋਈ ਵੀ ਨਹੀਂ। ਅੱਜ ਮੈਂ ਅੰਦਰ ਇਸ ਲਈ ਵੀਲੌਗ ਕਰ ਰਿਹਾ, ਬਾਹਰ ਹਲਕੀ ਹਲਕੀ ਡ੍ਰਿਜ਼ਲਿੰਗ, ਗਜ਼ੇਬੋ 'ਚ ਵੈਦਰ ਬਹੁਤ ਅੱਛਾ ਸੀ, ਹਲਕੀ ਹਲਕੀ ਡ੍ਰਿਜ਼ਲਿੰਗ ਹੋ ਰਹੀ ਸੀ, ਬਲਕਿ ਇਹ ਮੈਨੇ ਪੁਲੋਵਰ ਪਾ ਲਿਆ ਸੀ ਕਿ ਮੈਂ ਬਾਹਰ ਜਾ ਰਿਹਾ ਸੀ। ਤੇ ਮੈਂ ਨੋਟ ਕੀਤਾ ਕਿ ਉਹਦੇ ਵਿੱਚ ਵੀ ਮੈਨੂੰ ਸਰਦੀ ਲੱਗ ਰਹੀ ਸੀ, ਠੰਡੀ ਹਵਾ ਚੱਲ ਰਹੀ ਸੀ, ਤੇ ਮੈਂ ਆਈ ਵਾਸ ਥਿੰਕਿੰਗ ਕਿ ਅੰਦਰ ਜਾ ਕੇ ਯਾਰ ਕੋਟ ਪਾਵਾਂ।
ਫਿਰ ਮੈਂ ਕਿਹਾ ਨਹੀਂ, ਡਿਸਟਰਬੈਂਸ ਹੈ ਇੱਥੇ ਕਾਫੀ ਸਾਰੀ, ਜ਼ਰਾ ਸਕੂਨ ਨਾਲ ਬੈਠ ਕੇ ਮੇਰਾ ਇੱਕ ਹੀ ਸਿਗਨੇਚਰ ਵੀਲੌਗ ਹੁੰਦਾ ਹੈ। ਕਈ ਲੋਕਾਂ ਨੇ ਪਸੰਦ ਕੀਤਾ ਹੈ ਕਿ ਸੋਲੋ ਦੀ ਬਜਾਏ ਜੀ ਤੁਸੀਂ ਦੂਸਰਾ ਬੰਦਾ ਲਿਆਇਆ ਕਰੋ। ਮੈਂ ਬਿਲਕੁਲ ਤਿਆਰ ਹੈ। ਆਸਟ੍ਰੇਲੀਆ ਤੋਂ ਮੇਰੇ ਜ਼ਿਹਨ 'ਚ ਸਾਜਦਾ ਅਮੀਨ ਨੇ, ਉਹ ਮੇਰੇ ਨਾਲ ਹਫ਼ਤੇ 'ਚ ਇੱਕ ਵਾਰੀ ਆ ਜਾਇਆ ਕਰਨਗੇ। ਦੀਬਾ ਮਿਰਜ਼ਾ ਆ ਜਾਪਾਨ ਤੋਂ, ਇੱਕ ਵਾਰੀ ਆ ਜਾਇਆ ਕਰਾਂਗੇ। ਅਮਰੀਕਾ 'ਚ ਇੱਥੇ ਮੈਂ ਜ਼ਹਿਰਾ ਭੈਣ ਨੂੰ ਬੜੀ ਵਾਰੀ ਕਿਹਾ, ਪਤਾ ਨਹੀਂ ਉਹ ਤਿਆਰ ਨਹੀਂ ਹੁੰਦੇ। ਹੋਰ ਵੀ ਆਸਟ੍ਰੇਲੀਆ, ਇੰਗਲੈਂਡ, ਜਿੱਥੋਂ ਜਿੱਥੋਂ ਵੀ ਮੇਰੇ ਨਾਲ ਕੋਈ ਆਣਾ ਚਾਹੇ, ਮੇਰਾ ਪਲੇਟਫਾਰਮ ਬਿਲਕੁਲ ਹਾਜ਼ਰ ਹੈ। ਐਂਡ ਯੈਸ, ਟੂ ਵੇ ਡਿਸਕਸ਼ਨਸ ਆਰ ਵੈਰੀ ਗੁੱਡ, ਐਂਡ ਆਈ ਐਮ ਗੁੱਡ ਐਟ ਆਸਕਿੰਗ ਕੁਐਸਚਨਸ ਜਿਹੜੇ ਕਿ ਜਵਾਬ ਤੁਸੀਂ ਸਾਰੇ ਅੱਛੀ ਤਰ੍ਹਾਂ ਲੈ ਸਕੋ। ਤੇ ਲੋਕਲ ਫਰੰਟ ਤੇ ਤੁਸੀਂ ਡੋਮੈਸਟਿਕ ਫਰੰਟ ਤੇ ਦੇਖ ਲਿਆ ਕਿ ਪਾਕਿਸਤਾਨ ਦੇ ਕੀ ਹਾਲਾਤ ਨੇ। ਈਰਾਨ ਨੇ ਪਾਕਿਸਤਾਨ ਲਈ ਸਟ੍ਰੇਟ ਆਫ ਹਰਮੂਜ਼ ਖੋਲ ਦਿੱਤਾ। ਜਦੋਂ ਇਹ ਵਿਊ ਲਿਆ ਜਾਂਦਾ ਕਿ ਪਾਕਿਸਤਾਨ ਨੇ ਸਟ੍ਰੇਟ ਆਫ ਹਰਮੂਜ਼ ਖੁਲਵਾ ਲਿਆ, ਅੱਜ ਮੈਂ ਇੱਕ ਚਿੰਗੇ ਦਾ ਵੀਲੌਗ ਸੁਣ ਰਿਹਾ ਸੀ, ਦੋ ਚਿੰਗੇ ਨੇ, ਇੱਕ ਚਿਆਂਗਾ, ਇੱਕ ਟੈਡੀ ਜਿਹਾ ਚੰਗਾ ਆ। ਤੇ ਉਹ ਟੈਡੀ ਚਿੰਗਾ ਕਹਿੰਦਾ ਸੀ ਪਾਕਿਸਤਾਨ ਨੇ ਬੜਾ ਕਾਰਨਾਮਾ ਕਰ ਦਿੱਤਾ। ਦਰਅਸਲ ਇਨਫੈਕਟ ਚੀਨ ਦਾ ਬੁੰਜ ਪਾਕਿਸਤਾਨ ਦੀ ਡੰਡਾ, ਕਿ ਅਸੀਂ ਸਭ ਕੁਝ ਤੁਹਾਨੂੰ ਉੱਥੋਂ, ਲੇਕਿਨ ਚੀਨ ਨੇ ਨਾਲ ਹੀ ਪਾਕਿਸਤਾਨ ਤੋਂ $220 ਮਿਲੀਅਨ ਲੈ ਲਿਆ। ਉਹਨਾਂ ਨੇ ਕਿਹਾ ਦਿਓ ਗੈਸ, ਸਿੰਧ ਗੈਸ ਦਾ ਕੋਈ ਸੀ, ਉਹਨਾਂ ਦਾ ਯੂਨਾਈਟਿਡ ਗੈਸ ਦਾ ਸਿੰਧ, ਤੇ ਉਹਨਾਂ ਨੇ ਕਿਹਾ ਜੀ ਦਿਓ ਪੈਸੇ। ਔਰ ਚੀਨ ਇਸ ਕੋਲੋਂ ਬੜਾ ਠੱਠਾ ਹੈ। ਈਰਾਨ ਦੇ ਨਾਲ ਵੀ ਚੀਨ ਦੀ ਜਿੰਨੀ ਕੋਆਪਰੇਸ਼ਨ ਰਹੀ, ਬਾਰਟਰ ਤੇ ਰਹੀ, ਔਰ ਇਰਾਨੀਅਨਸ ਤੇ ਵੈਸੇ ਵੀ ਮੁਫਤੇ ਥੇ। Pakistan first ਰਿਹਾ with any sort of cooperation with any country, massive corruption। ਤੁਸੀਂ ਮਤਲਬ ਇੱਕ ਐਗਜ਼ਾਮਪਲ ਤੁਸੀਂ ਭੁੱਲ ਜਾਂਦੇ ਹੋ, ਇਹਦਾ ਮੈਂ ਦਿੰਦਾ ਹੁੰਦਾ। ਲਿਬਰਲ ਡੈਮੋਕ੍ਰੈਟਿਕ ਕੈਪੀਟਲਿਸਟ ਸਿਸਟਮ ਦਾ ਮਾਮਾ ਚਾਚਾ ਰਜ਼ਾ ਰੂਮੀ, ਜਾਲੀ ਰੂਮੀ। ਇੱਕ ਤੇ ਨਜੀਬ ਰੂਮੀ ਸਾਹਿਬ ਨੇ ਨਾ, ਅਸਲੀ ਰੂਮੀ, ਜਿਨ੍ਹਾਂ ਨੂੰ ਖਾਬ 'ਚ ਰੂਮੀ ਆਇਆ ਔਰ ਸਭ ਕੁਝ। ਬਾਈ ਦਾ ਵੇ, ਕੱਲ ਇੱਕ ਮੈਂ ਮੂਵੀ ਵੀ ਦੇਖੀ, ਉਹ ਜਦੋਂ ਮੈਂ ਕਲਿੱਪਸ ਲਾਉਂਦਾ ਮੈਂ ਥੋੜਾ ਜਿਹਾ ਉਹਦੇ ਤੇ ਵੀ ਤਜ਼ਕਰਾ ਕਰਾਂਗਾ। ਤੁਸੀਂ ਜ਼ਰੂਰ ਉਹ ਡਾਕੂਮੈਂਟਰੀ ਦੇਖਣਾ, ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਇੱਕ ਦੋ ਦਿਨ ਮੈਂ ਉਹ ਡਾਕੂਮੈਂਟਰੀ ਦਾ ਕਲਿੱਪ ਇੱਥੇ ਵੀ ਲਾਵਾਂਗਾ। ਜ਼ਰੂਰ ਦੇਖੋ, ਅੰਗਰੇਜ਼ੀ 'ਚ ਹੈ, ਅੰਗਰੇਜ਼ੀ 'ਚ, ਕਿ ਹਾਊ ਯੋਰ ਥਾਟਸ ਬਿਕਮ ਥਿੰਗਸ। ਠੀਕ ਹੈ, ਵੈਨ ਥਾਟਸ ਬਿਕਮ ਥਿੰਗਸ, ਇਟਸ ਅ ਵੈਰੀ ਗੁੱਡ ਡਾਕੂਮੈਂਟਰੀ। ਕੱਲ ਮੈਂ ਕੋਈ 1 ਘੰਟਾ ਦੇਖੀ ਹੈ। ਇਹਦੇ 'ਚ ਕਾਫੀ ਸਾਰੀਆਂ ਉਹ ਵਾਲੀਆਂ ਚੀਜ਼ਾਂ ਜਿਹੜੀਆਂ ਮੈਂ ਅਕਸਰ ਡਿਸਕਸ ਕਰਦਾ ਰਹਿੰਦਾ ਆ, ਕਿ ਹਾਊ ਤੁਸੀਂ ਲਿੰਕਡ ਹੋ, ਔਰ ਤੁਸੀਂ ਜਿਹੜਾ ਹੈ ਨਾ, ਮਤਲਬ ਚੀਜ਼ਾਂ ਐਗਜ਼ਿਸਟ ਕਰਦੀਆਂ। ਇੱਕ ਉਹਦੇ ਬਹੁਤ ਅੱਛੀ ਚੀਜ਼ ਸੀ ਕਿ ਥਿੰਗਸ ਐਗਜ਼ਿਸਟ। ਅਸੀਂ ਕੋਈ ਚੀਜ਼ ਐਗਜ਼ਿਸਟ, ਹਾਂ ਕ੍ਰੀਏਟਿਵ, ਅਸੀਂ ਕ੍ਰੀਏਟ ਕਰ ਸਕਦੇ ਹਾਂ ਕੋਈ ਚੀਜ਼। ਅਸੀਂ ਬੇਸਿਕਲੀ ਥਾਟਸ ਨਾਲ, ਬ੍ਰੇਨ ਨਾਲ ਅਸੀਂ ਇਨਵੈਂਟ ਕਰ ਰਹੇ ਹਾਂ, ਡਿਸਕਵਰ ਕਰ ਰਹੇ ਹਾਂ ਉਹ ਚੀਜ਼ਾਂ। ਯੈਸ, ਕ੍ਰੀਏਟ ਨਹੀਂ ਅਸੀਂ ਕਰਨ ਦੇ। ਅਗਰ ਅਸੀਂ ਕਹਿੰਦੇ ਹਾਂ ਕਿ ਜੀ ਇੱਥੇ ਸੂਰਜ ਹੈ, ਇੱਥੇ ਚੰਦ ਹੈ, ਔਰ ਜੀ ਇਹ ਉਹ ਸਾਰੇ ਮਾਮਲਾਤ, ਉਹ ਡਿਸਕਵਰੀਜ਼ ਨੇ, ਇਨਵੈਂਸ਼ਨਸ ਨੇ। ਕ੍ਰੀਏਸ਼ਨ ਅਸੀਂ ਕਰਦੇ ਹਾਂ ਜਿੱਥੇ ਅਸੀਂ ਕੋਈ ਪੀਸ ਆਫ ਆਰਟ ਬਣਾਉਂਦੇ ਹਾਂ, ਜਿੱਥੇ ਸ਼ਾਇਰੀ ਕਰਦੇ ਹਾਂ, ਜਿੱਥੇ ਕੋਈ ਬਹੁਤ ਅੱਛਾ ਮਤਲਬ ਅਸੀਂ ਕੋਈ ਪਬਲਿਕ ਦੇ ਐਂਡ ਲਈ ਕੋਈ ਕੰਮ ਕਰ ਜਾਂਦੇ ਹੈ, ਕੋਈ ਜਿਹਦਾ ਮਾਲੀ ਪੌਦਾ ਲਾਉਂਦਾ, ਠੀਕ ਹੈ ਜੀ, ਉਹ ਨਰਸਰੀਆਂ, ਕ੍ਰੀਏਟਿਵ, ਯੂ ਸੀ। ਤੇ ਉਹ ਬਹੁਤ ਅੱਛੀ ਡਾਕੂਮੈਂਟਰੀ ਹੈ, ਜ਼ਰੂਰ ਦੇਖਣਾ। ਵਾਪਸ ਉਹ ਚਿੰਗੇ ਦੀ ਤਰਫ ਆਨੇ ਆ, ਮੈਂ ਵਿੱਚ ਗੱਲ ਨੂੰ, ਜਿੱਥੇ ਕੋਈ ਸਿਰਾ ਆਉਂਦਾ ਆ ਉਹ ਲੈ ਜਾਂਦਾ, ਕੋਈ ਨਹੀਂ। ਉਹ ਮਤਲਬ ਮੈਨੂੰ ਕੋਈ ਐਡਾ ਨਹੀਂ ਪੇਡ, ਮੈਂ ਮੌਲਵੀ ਹੈ ਨਹੀਂ ਹੈ, ਔਰ ਆਈ ਡੋਂਟ ਅਲਾਉ ਐਨੀ ਕ੍ਰਿਟਿਸਿਜ਼ਮ। ਜਿਹਨੇ ਦੇਖਣਾ ਦੇਖੇ, ਜਿਹਨੇ ਨਹੀਂ ਦੇਖਣਾ ਨਾ ਦੇਖੇ। ਖੈਰ, ਤੇ ਉਹ ਚਿੰਗਾ ਸਾਹਿਬ ਫਰਮਾ ਰਹੇ ਸੀ ਕਿ ਇਹ ਬਿਲਕੁਲ ਹੁਣ ਬਦਲ ਗਿਆ, ਅਮਰੀਕਾ ਦੇ ਐਕਸੈਸ ਤੋਂ ਪਾਕਿਸਤਾਨ ਵੀ ਨਿਕਲ ਗਿਆ, ਔਰ ਸਾਊਦੀਆ ਦੇ ਨਾਲ ਵੀ ਮੁਆਹਦਾ ਹੈ, ਤੁਰਕੀ ਵੀ ਹੈ। ਸਭ ਨੇ ਫੈਸਲਾ ਕੀਤਾ ਕਿ ਈਰਾਨ ਤੋਂ ਯੈਸ ਟੈਂਪਰੇਰੀਲੀ ਪਾਕਿਸਤਾਨ ਦੇ ਜਹਾਜ਼ਾਂ ਨੂੰ ਉਹ ਜ਼ਰੂਰ ਅਲਾਉ ਕਰ ਰਿਹਾ, ਬਟ ਉਹਨੇ ਸਟ੍ਰੇਟ ਆਫ ਹਰਮੂਜ਼ ਨਹੀਂ ਖੋਲੀ। ਤੁਸੀਂ ਦੇਖੋ ਅੱਜ ਇੰਨਾ ਸਾਰਾ ਟਰੰਪ ਦੀ ਸਪੀਚ ਕੱਲ ਜਿਹੜੀ ਹੋਈ, ਮੈਂ ਉਹਦੇ ਤੇ ਸਟਾਰਟ ਤੋਂ ਹੀ ਕਮੈਂਟਰੀ ਇਸ ਲਈ ਨਹੀਂ ਕਰ ਰਿਹਾ ਕਿ ਉਹ ਬੜੀ ਬੇਹੂਦਾ 15 ਮਿੰਟ ਦੀ ਤਕਰੀਰ ਸੀ। ਮੇਰਾ ਖਿਆਲ ਸੀ ਕਿ ਟਰੰਪ ਸਰੈਂਡਰ ਕਰ ਦੇਗਾ ਔਰ ਵਾਕਆਊਟ ਕਰ ਜਾਏਗਾ, ਝੂਠ ਬੋਲ ਕੇ ਅਸੀਂ ਜਿੱਤ ਗਏ ਹਾਂ, ਸਾਨੂੰ ਕੋਈ। ਲੇਕਿਨ ਜਨਾਬ ਇਸਰਾਈਲ ਨਹੀਂ ਤੁਹਾਨੂੰ ਕਰਨ ਦਿੰਦਾ। ਇਸਰਾਈਲ, ਮੈਂ ਤੁਹਾਨੂੰ ਦੱਸਾਂ, ਜਦ ਤੱਕ ਨੀਸ ਤੋਂ ਨਾਬੂਦ ਨਾ ਹੋਇਆ ਇਹ ਜੰਗ ਖਤਮ ਨਾ ਹੋਈ।
ਇਸਰਾਈਲ ਜਦ ਤੱਕ ਆਪਣੇ ਨਾਲ ਅਰਬੀਆਂ ਨੂੰ, ਜੀਸੀਸੀ ਕੰਟਰੀਜ਼ ਨੂੰ ਔਰ ਲਿਬਰਲ ਡੈਮੋਕ੍ਰੈਟਿਕ ਕੈਪੀਟਲਿਸਟ ਸਿਸਟਮ ਨੂੰ ਆਪਣੇ ਨਾਲ ਤਬਾਹੋ ਬਰਬਾਦ ਨਾ ਉਹਨੇ ਕੀਤਾ, ਇਸਰਾਈਲ ਜਾਨ ਨਹੀਂ ਛੱਡੇਗਾ ਤੁਹਾਡੀ। ਠੀਕ ਹੈ ਨਾ ਜੀ। ਔਰ ਤੁਸੀਂ ਅੱਜ ਦੇਖ ਲਓ ਉਹਨਾਂ ਨੇ ਬਿਲਕੁਲ ਸਟ੍ਰੈਟਜੀ ਚੇਂਜ ਕਰ ਦਿੱਤੀ। ਰਸ਼ੀਆ ਦੇ ਕੋਈ ਮਿਸਾਈਲਸ ਆਏ ਆ, ਚਾਈਨਾ ਦਾ ਉਹ ਬੇਡੂ ਸੈਟੇਲਾਈਟ ਸਿਸਟਮ ਜਿਹੜਾ ਜੀਪੀਐਸ ਦੇ ਬਿਯੋਂਡ ਹੈ। ਇਹਨਾਂ ਦੀ ਜਿੰਨੀ ਟੈਕਨੋਲੋਜੀ ਸੀ, ਜੈਮਿੰਗ ਔਰ ਸਾਰੀ ਕੁਛ ਜੀਪੀਐਸ ਦੇ ਮਾਡਲ ਤੇ ਕਰਦੇ ਸੀ। ਇਹਨਾਂ ਦੇ ਮਿਜ਼ਾਈਲਸ ਬੇਡੂ ਸਿਸਟਮ ਤੇ ਜਾ ਰਹੇ ਨੇ, ਬੇਡੂ ਗਾਈਡਡ ਨੇ ਉਹ ਸੈਟੇਲਾਈਟ ਸਿਸਟਮ ਜਿਹੜਾ ਆ। ਦੇ ਵਰ ਨਾਟ ਪ੍ਰੀਪੇਅਰਡ ਫॉर दैट। ਉਹਨਾਂ ਨੂੰ ਤੇ ਕੱਲ ਟਰੰਪ ਨੇ ਆਪਣੀ ਤਕਰੀਰ 'ਚ ਐਡਮਿਟ ਵੀ ਕੀਤਾ ਕਿ ਸਾਨੂੰ ਨਹੀਂ ਪਤਾ ਸੀ ਕਿ ਐਸੇ ਖਤਰ ਖੌਫਨਾਕ ਕਿਸਮ ਦੇ ਇਹਨਾਂ ਕੋਲ ਵੈਪਨਰੀ ਹੈ। ਫਿਰ ਉਹੀ ਚੰਦ ਜਾਣ ਦੀਆਂ ਟਰੰਪ ਦੀਆਂ ਕਹਾਣੀਆਂ, ਉਹੀ ਮੈਂ ਇਹ ਕਰ ਦਿੱਤਾ, ਉਹ ਕਰ ਦਿੱਤਾ। ਟੈਕਨੀਕਲੀ ਟਰੰਪ ਨੇ ਬਹੁਤ ਅੱਛੇ ਕੰਮ ਕੀਤੇ ਹੈ। ਹੀ ਵਾਸ ਗੋਇੰਗ ਵੈਰੀ ਗੁੱਡ ਫॉर ਟੇਕਿੰਗ ਅਮਰੀਕਾ ਬੈਕ ਟੂ ਨੈਚੁਰਲ ਸੈਟਿੰਗਸ। ਲੇਕਿਨ ਇੱਥੇ ਆ ਕੇ ਬਿਕੋਜ਼ ਆਫ ਐਪਸਟੀਨ ਜਾਂ ਜੋ ਵੀ ਹੈ, ਐਡੀ ਵੱਡੀ ਮਾਰ ਖਾ ਗਿਆ ਕਿ ਆਪਣੇ ਨਾਲ ਰਿਪਬਲਿਕਨਸ ਨੂੰ ਲੈ ਬੈਠਾ ਆ। ਔਰ ਮੈਨੂੰ ਜਿਸ ਚੀਜ਼ ਦਾ ਖਤਰਾ ਬਹੁਤ ਲੱਗ ਰਿਹਾ, ਇਹ ਤਫਨਸ਼ੁਦਾ ਗੰਦਾ ਲਿਬਰਲ ਡੈਮੋਕ੍ਰੈਟਿਕ ਕੈਪੀਟਲਿਸਟ ਸਿਸਟਮ ਦਾ ਨਿਜ਼ਾਮ ਦੁਬਾਰਾ ਅਮਰੀਕਾ ਆ ਜਾਏਗਾ। ਖਲਾਸਤ ਤੋਂ ਭਰਪੂਰ, ਕਰਪਸ਼ਨ ਨਾਲ ਭਰਪੂਰ ਨਿਜ਼ਾਮ। ਔਰ ਕੁਝ ਲੋਕ ਤੇ ਕਹਿੰਦੇ ਨੇ ਕਿ ਅਮਰੀਕਾ ਦੇ ਟੁਕੜੇ ਹੋ ਜਾਣੇ ਆ, ਉਹ ਤਾਂ ਖੈਰ ਮੈਨੂੰ ਨਹੀਂ ਲੱਗਣ ਦੇ ਹੈ। ਬਹਰਹਾਲ ਅਮਰੀਕਾ ਦੀ ਸੁਪਰੀਮੇਸੀ ਇਜ਼ ਟੋਟਲੀ ਓਵਰ। ਕੱਲ ਹੋ ਜਾਂਦਾ ਹੈ ਉਹਨੇ ਉਹਦਾ ਮੁਸ਼ਾਹਿਦਾ ਸਹਿੰਦਾ ਸੀ ਕਿ ਅਮਰੀਕਾ ਇਜ਼ ਨੋ ਮੋਰ ਅ ਸੁਪਰ ਪਾਵਰ। ਠੀਕ ਹੈ ਜੀ। ਉਹ ਯੈਸ ਇਟ ਵਾਜ਼ ਅੰਡਰਸਟੂਡ ਲਾਈਕ ਫਾਰਮਲੀ ਚਾਈਨਾ ਨੂੰ ਸੁਪਰ ਪਾਵਰ ਡਿਕਲੇਅਰ ਕਰਨ ਤੋਂ ਜਾਂ ਪ੍ਰੈਜ਼ੈਂਟ ਕਰਨ ਲਈ ਪਲੇਟ 'ਚ ਇਹ ਜੰਗ ਦੇਤੀ ਅਮਰੀਕਾ ਨੇ। ਇਸਰਾਈਲ ਔਰ ਤੁਸੀਂ ਦੇਖੋ ਹਰ ਕੰਟਰੀ, ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਨੇ ਕੱਲ ਕੀਤਾ ਸੀ, ਅੱਜ ਫਰਾਂਸ ਨੇ ਰਿਫਿਊਜ਼ ਕਰ ਦਿੱਤਾ। ਔਰ ਇਹਨਾਂ ਦੀ ਚੀਟਿੰਗ ਤੁਸੀਂ ਦੇਖੋ ਕਿ ਜਿਹੜਾ ਬੰਦਾ ਇਹਨਾਂ ਦੇ ਨਾਲ ਸਾਬਕਾ ਫੋਰਨ ਮਿਨਿਸਟਰ ਡਾਇਲੋਗ ਲਈ ਤਿਆਰ ਸੀ ਔਰ ਉਹਦਾ ਖਿਆਲ ਸੀ ਕਿ ਇਰਾਨੀਅਨ ਵੀ ਸਪੀਕਰ ਆਫ ਦਾ ਅਸੈਂਬਲੀ ਜਾਂ ਫੋਰਨ ਮਿਨਿਸਟਰ ਆਣਗੇ, ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਨਾਲ ਟਾਕਸ ਇਸਲਾਮਾਬਾਦ 'ਚ ਹੋਣਗੀਆਂ। ਅੱਜ ਇਹਨਾਂ ਨੇ ਉਹਦੀ ਬੇਗਮ ਨੂੰ ਮਾਰ ਦਿੱਤਾ, ਉਹ ਸ਼ਦੀਦ ਜ਼ਖਮੀ ਹੈ। ਮੇਰਾ ਨਹੀਂ ਖਿਆਲ ਉਹਨੇ ਵੀ ਬਚਣਾ। ਫਜ਼ਾਈ ਹਮਲੇ ਅੱਜ ਇਸਰਾਈਲ ਔਰ ਅਮਰੀਕਾ ਨੇ, ਅੰਦਾਜ਼ਾ ਲਾਓ। ਇਹਦਾ ਮਤਲਬ ਹੈ ਮੈਨੂੰ 100% ਯਕੀਨ ਹੈ ਕਿ ਇਹ ਜਿਹੜੇ ਬੁਲਾ ਰਹੇ ਸੀ ਨਾ ਸਪੀਕਰ ਆਫ ਦਾ ਅਸੈਂਬਲੀ ਨੂੰ ਔਰ ਉਹਨੂੰ ਫੋਰਨ ਮਿਨਿਸਟਰ ਨੂੰ, ਇਹਨਾਂ ਨੇ ਉਹਨਾਂ ਨੂੰ ਇਸਲਾਮਾਬਾਦ ਕਤਲ ਕਰ ਦੇਣਾ ਸੀ। ਪਾਕਿਸਤਾਨ ਬੜਾ ਬਚ ਗਿਆ ਮੇਰੇ ਖਿਆਲ ਦੇ ਮੁਤਾਬਕ। ਇੱਕ ਤੇ ਇਹ ਮੈਂ ਕਹਿ ਰਿਹਾ ਤੁਹਾਨੂੰ 7 ਜਾਂ 9, 7 ਔਰ 9 ਦੇ ਸ਼ਮੂਲੀਅਤ ਤੋਂ ਥੋੜਾ ਜਿਹਾ ਇਹਨੂੰ ਕਲੀਅਰ ਅਪ ਕਰੋ ਮੂਵਮੈਂਟ ਨੂੰ। ਜਿਸ ਤਰ੍ਹਾਂ ਗੈਸ ਦੀ ਪ੍ਰਾਈਸਸ ਵੱਧ ਰਹੀਆਂ, ਪੈਟਰੋਲ ਦੀਆਂ ਇਹਨਾਂ ਨੇ ਵਧਾ ਦੇਣੀਆਂ। ਇਹ ਇਹਨਾਂ ਨੂੰ ਬੇਸ਼ੱਕ ਤੇਲ ਮਿਲੇ ਨਾ ਮਿਲੇ, ਬੇਸਿਕਲੀ ਇਹ ਕਰਪਟ ਐਸਟੈਬਲਿਸ਼ਮੈਂਟ ਹੈ। ਇਹ ਸਸਟੇਨ ਐਮਰਜੈਂਸੀਜ਼ ਨਹੀਂ ਕਰ ਸਕਦੀ, ਇਹਨਾਂ ਨੂੰ ਕਿਤੋਂ ਨਹੀਂ। ਔਰ ਮੈਨੂੰ ਪਤਾ ਲੱਗਾ ਕਿ ਸਾਊਦੀ ਅਰੇਬੀਆ ਨੇ ਵੀ ਇਹਨਾਂ ਨੂੰ ਕਿਹਾ ਕਿ ਤੁਸੀਂ ਸਾਨੂੰ ਜਿਹੜਾ $3 ਬਿਲੀਅਨ ਦਾ ਰੋਲ ਓਵਰ ਹੈ ਨਾ, ਉਹ ਤੁਸੀਂ ਸਾਨੂੰ ਵਾਪਸ ਕਰੋ, ਨਹੀਂ ਤੇ ਸਾਡੇ ਨਾਲ ਜੰਗ ਸ਼ਾਮਲ ਹੋ। ਇਹ ਕਿੱਥੇ ਹੋਣਗੇ? ਮਨੀਰਾ ਮਿਸਤਰੀ ਸੂਰ ਨੇ ਨਾ ਕਰ ਦਿੱਤਾ ਉਹ $3 ਬਿਲੀਅਨ। ਈਰਾਨ ਔਰ ਚੀਨ ਦੀ ਝੋਲੀ 'ਚ ਪਾਕਿਸਤਾਨ ਐਡੇ ਮਜ਼ੇਦਾਰ ਤਰੀਕੇ ਨਾਲ ਡਿੱਗਿਆ। ਪਾਕਿਸਤਾਨ ਬੇਸਿਕਲੀ ਨੇਤਨਯਾਹੂ ਦੀ ਬੁਣ ਚੱਟ ਰਿਹਾ ਸੀ, ਮਨੀਰਾ ਮਿਸਤਰੀ ਸੂਰ, ਔਰ ਡੋਨਲਡ ਟਰੰਪ ਦੀ ਬੁਣ ਚੱਟ ਰਿਹਾ ਸੀ। ਉਹ ਅਮਰੀਕਾ ਬੜਾ ਸ਼ੁਰੂ ਤੋਂ ਅਮਰੀਕਾ, ਮੈਂ 10 ਸਾਲ ਤੋਂ ਅਮਰੀਕਾ ਦੱਸ ਰਿਹਾ ਸੀ। ਉਹ ਬਾਬਾ ਅਮਰੀਕਾ ਖੋਖਲਾ ਹੋ ਗਿਆ, ਖਤਮ ਹੋ ਗਿਆ, ਆਪਣੇ ਆਪ ਨੂੰ ਹੁਣ ਲਿਆਓ। ਔਰ ਇਸ ਤਨਾਜ਼ਰ 'ਚ ਆਪਣੇ ਆਪ ਨੂੰ ਪ੍ਰੋਗਰੈਸਿਵ ਨੋਸ਼ਨਸ ਦੇ ਨਾਲ ਨੈਚੁਰਲ ਸੈਟਿੰਗਸ ਤੇ ਕਰਨ ਦੀ ਕੋਸ਼ਿਸ਼ ਕਰੋ। ਨਹੀਂ ਜੀ, ਉਹ ਬਸ ਅਸੀਂ ਹਾਂ ਜੀ ਸਭ ਕੁਝ, ਚਲੋ ਜੀ ਅਸੀਂ ਹਾਂ ਸਭ ਕੁਝ, ਤੇ ਚਲੋ ਫਿਰ ਕਰਕੇ ਦੇਖ ਲਓ ਜੀ। ਠੀਕ ਹੈ ਜੀ। ਇਨਫੈਕਟ ਇੱਕ ਬੜੀ ਵੱਡੀ ਜਿਹੜੀ ਗੱਲ ਹੁੰਦੀ ਹੈ, ਮੈਂ ਅਕਸਰ ਤੁਹਾਨੂੰ ਦੱਸਦਾ, ਇੱਕ ਬਹੁਤ ਅੱਲਾਹ ਤਾਲਾ ਦਾ ਕੁਦਰਤ ਦਾ ਸਫੀਅਰ ਹੈ। ਇੰਟਰਨੈਸ਼ਨਲ ਸਟੇਜ ਹੈ ਜਿਹਦੇ ਤੇ ਪਲੇਅਰਸ ਆਪਣੀਆਂ ਐਕਟੀਵਿਟੀਜ਼ ਕਰ ਰਹੇ ਹੁੰਦੇ ਆ।
ਉਹ ਤੁਸੀਂ ਉਹ ਅਗਰ ਕੋਈ ਇੰਟਰਨੈਸ਼ਨਲ ਸਫੀਅਰ ਨੂੰ এনवायरमेंट ਨੂੰ ਸਮਝਣੇ ਦੀ ਕੋਸ਼ਿਸ਼ ਕਰੇ ਨਾ, ਮੇਰੇ ਵਰਗਾ ਰੂਹਾਨੀਅਤ ਵਾਲਾ ਬੰਦਾ, ਤੇ ਉਹਨੂੰ ਬਹੁਤ ਚੀਜ਼ਾਂ ਪਤਾ ਲੱਗਣਗੀਆਂ। ਇੱਥੇ ਬੈਟਲ 'ਚ ਹਮੇਸ਼ਾ ਹੱਕ ਵਾਲਾ ਜਿੱਤਦਾ ਹੈ, ਠੀਕ ਹੈ। ਇੱਥੇ ਹਮੇਸ਼ਾ ਐਕਸਪਲੋਇਟੇਸ਼ਨ ਮਾਰ ਖਾਂਦੀ ਹੈ। ਸਾਰੀਆਂ ਬਾਈਬਲ ਦੀਆਂ, ਕੁਰਾਨ ਪਾਕ ਦੀਆਂ ਸਾਰੀਆਂ ਸਟੋਰੀਜ਼ ਦੱਸਿਆ ਹੋਇਆ ਕਿਸ ਤਰ੍ਹਾਂ ਕੌਮਾਂ ਖਤਮ ਕੀਤੀਆਂ ਗਈਆਂ, ਕਿਸ ਤਰ੍ਹਾਂ ਐਵੋਲੂਸ਼ਨ ਹੋਇਆ, ਕਿਸ ਤਰ੍ਹਾਂ ਤਬਾਹੀ ਔਰ ਬਰਬਾਦੀ ਆਈ, ਔਰ ਕਿਸ ਤਰ੍ਹਾਂ ਕਲਾਈਮੇਟ ਚੇਂਜ। ਈਵਨ ਕੱਲ ਮੈਂ ਪਾਮ ਜਮੇਰੇ ਦਾ ਪੜ੍ਹ ਰਿਹਾ ਸੀ। ਇਹ ਸਿਰਫ ਇਹ ਗੜਬੜ ਨਹੀਂ, ਪਾਮ ਜਮੇਰਾ ਧੰਸ ਵੀ ਰਿਹਾ, ਔਰ ਪਤਾ ਲੱਗਾ ਜੀ ਕਿ ਉੱਥੇ ਟੈਂਪਰੇਚਰਸ 1 ਡਿਗਰੀ ਸੈਂਟੀਗ੍ਰੇਡ ਜ਼ਿਆਦਾ ਹੋ ਗਏ ਨੇ, ਉਹ ਪਾਣੀ, ਤੇ ਉਹਦੇ ਨਾਲ ਸਟੋਰਮਸ ਆ ਰਹੇ ਨੇ। ਇਹ ਦੁਬਈ ਜਿਹੜੀ ਬਾਰਿਸ਼ ਹੋਈ, ਤਬਾਹ ਹੋਈ, ਉਹ ਬਰਬਾਦੀ ਹੋਈ। 50 ਇਅਰਸ ਬਹੁਤ ਸੀ ਜੀ, ਕਮਾ ਲਿਆ, ਖਾ ਲਿਆ ਜਿਹਨੇ ਜਿੰਨਾ ਖਾਣਾ। ਔਰ ਕੱਲ ਜਿਸ ਤਰ੍ਹਾਂ ਤੌਸੀਫ ਸਾਹਿਬ ਮਲੇਸ਼ੀਆ ਸ਼ਾਇਦ ਸ਼ਿਫਟ ਹੋ ਰਹੇ ਨੇ, ਉਹਨਾਂ ਕੋਲ ਹਾਂਗਕਾਂਗ ਦਾ ਵੀ ਪਾਸਪੋਰਟ ਹੈ, ਚਾਈਨਾ ਦਾ ਵੀ ਹੈ, ਮਸਤ ਆਦਮੀ ਨੇ। ਕੋਈ ਇੱਕ ਅੱਧਾ ਮੈਂ ਕਿਹਾ ਯਾਰ ਮੇਰੀ ਖੀਸੇ 'ਚ ਵੀ ਪਾ ਦੇ, ਤੇ ਉਹ ਸਾਡੇ ਕੋਲ ਤੇ ਸਿਰਫ ਅਮਰੀਕਾ ਦਾ ਹੀ ਪਾਸਪੋਰਟ ਹੈ, ਪਾਕਿਸਤਾਨ ਦਾ ਵੀ ਸਾਡਾ ਕੈਂਸਲ ਕਰ ਦਿੱਤਾ ਹੋਇਆ। ਔਰ ਉਦੋਂ ਜਦੋਂ ਅਮਰੀਕਾ ਦੇ ਪਾਸਪੋਰਟ ਦੀ ਮੈਂ ਸਮਝਦਾ ਅਹਿਮੀਅਤ ਹੀ ਨਹੀਂ ਰਹਿ ਜਾਣੀ। ਖੈਰ, ਅੱਛਾ, ਉਹ ਤੁਸੀਂ ਦੇਖੋ ਕਿ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਓਵਰਆਲ ਜਿਹੜਾ এনवायरमेंट ਹੈ ਨਾ, ਜਿਹਦੇ 'ਚ ਖੇਲ ਮੁਮਕਿਨ ਹੋ ਰਿਹਾ, ਗੈਲੈਕਸੀਜ਼, ਵਾਈਬ੍ਰੇਸ਼ਨਸ, ਫ੍ਰੀਕੁਐਂਸੀਜ਼, ਪਾਵਰ, એનર્ਜੀ ਲੈਵਲਸ, ਇੱਕ ਬਹੁਤ ਬੜਾ ਮੈਟ੍ਰਿਕਸ ਹੈ ਜਿਹਦੇ 'ਚ ਸਭ ਕੁਝ ਹੋ ਰਿਹਾ। ਉਹਦੇ 'ਚ ਅਸੀਂ ਫਿੰਨੇ ਜੇ ਸਾਡਾ ਛੋਟਾ ਜਿਹਾ ਪਲੈਨਟ, ਉਹਦੇ ਵਿੱਚ ਘੁਮਸੜ ਛੋਟੇ ਮੋਟੇ, ਇਹ ਕਿੱਥੇ ਆਜਮ ਸ਼ਰਫ, ਕਿੱਥੇ ਹੈ ਆਪਣਾ, ਕਿੱਥੇ ਈਵਨ ਕਰੂਨ, ਫਿਰੌਨ, ਵੱਡੇ ਵੱਡੇ ਅਕਬਰ ਨੇ ਕਦੀ ਸੋਚਿਆ ਸੀ ਕਿ ਸਾਡਾ ਐਮਪਾਇਰ 100 ਸਾਲ ਬਾਅਦ ਖਤਮ ਹੋ ਜਾਏਗਾ? ਜਦੋਂ ਬੜਾ ਚੌੜਾ ਹੋ ਕੇ, ਬਲਕਿ 100 ਕੀ, ਉਦੋਂ 50 ਸਾਲ ਬਾਅਦ ਹੀ ਖਤਮ ਹੋ ਗਿਆ। ਅਕਬਰ ਦੀ ਹੁਕੂਮਤ ਤੋਂ 30-40 ਸਾਲ ਬਾਅਦ ਹੀ ਖਤਮ ਹੋ ਗਿਆ। ਸ਼ਾਹਜਹਾਂ ਆਇਆ, ਔਰੰਗਜ਼ੇਬ ਆਇਆ, ਬਹਾਦਰ ਸ਼ਾਹ ਸਫਰ, ਤਪੜ ਤੋਸਾ, ਪਾਸੇ 20-25 ਸਾਲ 'ਚ, ਠੀਕ ਹੈ ਨਾ ਜੀ। ਉਹ ਤੇ ਇਸ ਤਰ੍ਹਾਂ ਰਿਲੀਜਨ ਬਣਾਉਂਦਾ ਫਿਰ ਰਿਹਾ ਸੀ। ਇਸੇ ਤਰ੍ਹਾਂ ਅਮਰੀਕਾ ਨੇ ਬਦਮਾਸ਼ੀ ਸ਼ੁਰੂ ਕੀਤੀ ਹੋਈ ਸੀ, ਇਸੇ ਤਰ੍ਹਾਂ ਬ੍ਰਿਟਿਸ਼ ਐਮਪਾਇਰ, ਇਸੇ ਤਰ੍ਹਾਂ ਆਟੋਮਨ ਐਮਪਾਇਰ, ਸਾਰੇ ਮੁੱਖ ਇਸੇ ਤਰ੍ਹਾਂ ਰੋਮਨ ਐਮਪਾਇਰ, ਗ੍ਰੀਕ ਐਮਪਾਇਰ, ਮੈਸੋਪੋਟੇਮੀਆ, ਸਿਵਲਾਈਜੇਸ਼ਨਸ ਆਈਆਂ, ਬੜੇ ਬੜੇ ਤੁਰੇ ਖਾਨ ਬੰਦੇ ਆਏ। ਇਹ ਕ੍ਰੀਏਸ਼ਨ ਤੋਂ ਮੈਂ ਕੱਲ ਡਾਕੂਮੈਂਟਰੀ ਤੋਂ ਸੋਚ ਰਿਹਾ ਸੀ ਕਿ ਉਹ ਹੀ ਪਿਰਾਮਿਡਸ, ਦੇ ਆਰ ਅ ਕ੍ਰੀਏਸ਼ਨ। ਕ੍ਰੀਏਟਿਵ ਮਾਈਂਡ ਨਾਲ, ਜਦੋਂ ਸਪਿਰਿਟਸ, ਜਦੋਂ ਰੂਹ ਨੂੰ ਨਾਲ ਲੈ ਆਉਂਦੇ ਹੋ, ਯੂ ਕੈਨ ਡੂ ਵੰਡਰਸ, ਠੀਕ ਹੈ ਨਾ। ਅਸੀਂ ਇੱਥੇ ਮਟੀਰੀਅਲ ਐਕਸਲੈਂਸ ਲੱਗੇ ਰਹੇ, ਹੁਣ ਤੁਸੀਂ ਦੇਖੋ ਕਿੱਡਾ ਨੁਕਸਾਨ ਹੋ ਰਿਹਾ। ਗੂਗਲ, ਐਪਲ, ਮੀਟਾ, ਸਾਰੇ ਐਡਾ ਸ਼ਦੀਦ ਸਫਰ ਕਰ ਰਹੇ ਨੇ। ਇਹਨਾਂ ਦੇ ਡਾਟਾ ਸੈਂਟਰਸ ਦੁਬਈ ਸੀ, ਉਹ ਸਾਰੇ ਹਿੱਟ ਹੋ ਗਏ ਆ। ਇਰਾਨ ਨੇ ਕਿਹਾ ਜੀ ਅਸੀਂ ਉਡਾ ਦੇਣਾ। ਅੱਜ ਫੇਰ ਅਰਬਾਂ ਦਾ ਸਟਾਕਸ ਨੁਕਸਾਨ ਹੋਇਆ ਆ। ਬ੍ਰੈਂਡ ਪ੍ਰਾਈਸਿਸ ਵੀ 109-10 ਤੇ ਦੂਸਰੀ ਸ਼ਾਇਦ 114-15 ਤੇ ਆਇਲ ਦੀਆਂ ਚਲੀਆਂ ਗਈਆਂ। ਇਟ ਇਜ਼ ਅ ਟੋਟਲ ਕ੍ਰਾਈਸਿਸ। ਲੇਕਿਨ ਇਸ ਕ੍ਰਾਈਸਿਸ 'ਚ ਉਹ ਜਿਹੜੇ ਉਹ ਮਰੇ ਹੋਏ ਜ਼ਖਮੀ ਗਿੱਦੜ ਇਸਰਾਈਲ ਤੇ ਅਮਰੀਕਾ, ਉਹ ਐ ਕਰ ਰਹੇ ਨੇ, ਉੱਪਰੋਂ ਉਹਨਾਂ ਦੇ ਡਰੈਗਨ ਔਰ ਰੂਸੀ ਬੀਅਰ, ਉਹ ਪੂਰੀ ਤਰ੍ਹਾਂ ਈਰਾਨ ਨੂੰ ਅੱਗੇ ਰੱਖ ਕੇ, ਪਿੱਛੇ ਤੁਸੀਂ ਅੰਦਾਜ਼ਾ ਲਾਓ, ਇੱਕ ਬੰਨੋਂ ਬੀਅਰ, ਪੋਲਰ ਬੀਅਰ, ਦੂਸਰੇ ਬੰਨੋਂ ਡਰੈਗਨ, ਉਹ ਠੂਸ ਈਰਾਨ ਦੇ ਨਾਲ ਮਿਲ ਕੇ ਇਹ ਜ਼ਖਮੀ ਗਿੱਦੜ ਨੂੰ ਬਿਲਕੁਲ ਤੱਤਾ ਪੱਪਾ ਕਰ ਦੇਣਗੇ। ਸਾਊਦੀ ਅਰਬ ਦੇ ਵੀ ਬੜੇ ਪਤਲੇ ਹਾਲਾਤ ਹੋਏ ਜਾ ਰਹੇ ਆ। ਇਹਨੇ ਸਾਰੇ ਮੋਨਕਸ ਬੜੀਆਂ ਬਦਮਾਸ਼ੀਆਂ ਕਰ ਰਹੀਆਂ, ਬੜੀ ਲੁੱਟਮਾਰ ਕਰ ਲਈ। ਅੱਜ ਮੈਂ ਦੇਖ ਰਿਹਾ ਸੀ ਕਿ ਉਹ ਪਾਕਿਸਤਾਨ 'ਚ UN ਦਾ ਜਿਹੜਾ ਕਿਹਾ ਕਿ 2 ਕਰੋੜ ਤੋਂ ਉੱਤੇ ਜਿਹੜੇ ਨੇ ਉਹ ਬੱਚੇ ਸਕੂਲ ਦੀ ਤਾਲੀਮ 'ਚ ਨਹੀਂ ਹੈ, ਠੀਕ ਹੈ ਨਾ ਜੀ। ਅੱਛਾ, ਉਹਦਾ ਨਾਂ ਸੀ ਹਾਊ ਥਾਟਸ ਬਿਕਮ ਥਿੰਗਸ, ਠੀਕ ਹੈ ਜੀ। ਇਹ ਕੋਈ ਮੇਰਾ ਖਿਆਲ ਹੈ ਕੋਈ ਘੰਟੇ ਦੀ ਇਹ ਹੈ, ਔਰ ਇਹ ਕੋਈ ਸਾਲ ਪਹਿਲਾਂ ਹੀ ਇਹ ਰਿਲੀਜ਼ ਹੋਈ ਸੀ ਜਾਂ ਕੀ। ਬਹਰਹਾਲ ਦਿਸ ਅ ਵੈਰੀ ਗੁੱਡ ਮੂਵੀ, ਹਾਊ ਥਾਟਸ ਬਿਕਮ ਥਿੰਗਸ। ਇਟਸ ਅ ਡਾਕੂਮੈਂਟਰੀ, ਇਟਸ ਨਾਟ ਅ ਮੂਵੀ। ਕਈ ਜਗ੍ਹਾ ਤੇ ਮੈਨੂੰ ਨਜੀਬ ਰੂਮੀ ਸਾਹਿਬ ਯਾਦ ਆਏ। ਇਹਨੂੰ ਕੋਈ ਉਹ ਜਿਹੜੇ ਸਾਰੇ ਕਮੈਂਟਸ ਨੇ, ਉਹਨਾਂ ਸਭ ਨੂੰ ਸਿੰਪਲੀਫਾਈ ਕਰਨ ਲਈ ਇਸ ਮੂਵੀ ਨੂੰ, ਡਾਕੂਮੈਂਟਰੀ ਨੂੰ, ਡਾਕਟਰ ਨਜੀਬ ਰੂਮੀ ਨਾਲ ਵੀਲੌਗ
would be very good, ਉਹਨਾਂ ਨੂੰ ਮੈਂ ਇਹ ਭੇਜੀ ਹੈ, ਤੁਸੀਂ ਵੀ you can see। ਫਿਰ ਇੱਕ ਕਮੈਂਟ ਸੀ, and this is why there should not be any tax। ਮੈਂ ਵੈਸੇ ਖੁਦ ਇਸ ਚੀਜ਼ ਦਾ ਕੱਲ ਇੱਕ ਕਮੈਂਟ ਆ ਗਿਆ ਆਇਆ ਸੀ ਬੜਾ ਅੱਛਾ। Any tax loopholes with the exception on interest paid on primary residence valued less than $1 million? Ross Perot and Jesse Ventura later made the best tax plan ever. Everyone pays 7% straight tax, whether you make $1 a year or $1 million a minute। बहुत जबरदस्त एक फ्लैट रेट, ठीक है जी, नो लूप होल्स, नो गेम्स, एंड इफ यू थिंक यू विल गिव योर सेल्फ अ जीरो सैलरी and love of corporate or old royalties, those get taxed 50% on anything used as a benefit on top of corporate 30% the company already pays। Good. You do that, and we know that the money, and we know that the money to pay for everything. Only the top 10% of the wealthy gets to use these loopholes, while you and me pay for everything. So why in the hell aren't you pissed at that 10% not paying their share? Beyond me how people justify this। Yes, ਇਹ ਬਹੁਤ ਅੱਛੀ ਇਹਨਾਂ ਦੀ ਥਿੰਕਿੰਗ ਹੈ। ਟਰੰਪ ਦੀ ਸੀ ਕਿ ਟੈਕਸ ਨਾ ਹੋਏ, ਟੈਰਿਫਸ ਹੋ ਜਾਏ, ਸੇਲਸ ਟੈਕਸ ਵਗੈਰਾ ਵੀ ਖਤਮ ਹੋ ਜਾਣ, ਟੈਰਿਫਸ ਤੋਂ ਸ਼ਾਇਦ ਇੰਨਾ ਗਵਰਨਮੈਂਟ ਬਜਟਸ ਹੋ ਜਾਣ, ਸਟੇਟ ਕਾਫਰ 'ਚ ਪੈਸੇ ਆ ਜਾਣ। ਮੇਰੀ ਥਿੰਕਿੰਗ ਵੀ ਜ਼ਕਾਤ ਟਾਈਪ ਹੈ, ਜਿਸ ਤਰ੍ਹਾਂ ਉਹ 2.5% ਹੈ, ਯੈਸ 7% ਫਲੈਟ ਕਰ ਦਿੱਤਾ ਜਾਏ ਹਰ ਇੱਕ ਤੇ। बट दैट्स गुड, दैट्स फेयर। एंड ताकि सारे ठीक है, अमीर को इंसेंटिव भी रहेगा। और ਹੁਣ ਉਹ ਸਾਰੇ ਹੀ ਖਾ ਪੀ ਜਾਂਦੇ ਆ। ਹੁਣ ਤੇ ਉਹ $100 ਟੈਕਸ ਦੇ ਰਿਹਾ ਅਮੀਰ, ਔਰ ਮੈਂ ਮੇਰੀ ਬੇਟੀ ਦਾ ਕੋਈ $15,000 टैक्स बन गया। ये थे सूरत हाल है। यस। फिर एक कमेंट सी, अस्सलाम वालेकुम सर, आप हमेशा 1971 की जंग का जिक्र करते हैं, लेकिन सबसे बड़े सैलाब जो 1970 में बांग्लादेश में आया और उसमें 5 लाख बंगाली मारे गए, और फौज का किरदार बहुत मनफी रहा, जिसकी वजह से लोगों में बहुत सख्त नफरत पैदा हो गई। तो ये मरदूद जनरल वहां पे भी इस मुल्क के 2 टुकड़े करने के जिम्मेदार थे। बहुत बहुत अच्छा किया। ਇਹ ਕਿੱਥੇ ਕਿੱਥੇ ਅਸੀਂ ਇਹਨਾਂ ਨੂੰ ਹਰਾਮ ਸਾਧਿਆਂ ਨੂੰ ਪਿਛਲੇ ਇਹਨਾਂ ਦਾ ਦੌਰ ਖਤਮ ਹੋ ਜਾਣਾ। ਆਈ ਐਮ ਟੂ ਹੈਪੀ ਕਿ ਇਹ ਫੌਜ ਦਾ ਦੌਰ ਜਿਹੜਾ ਹੈ ਨਾ ਜੀ, ਇਹ ਖਤਮ ਹੋਣ ਨੂੰ ਜਾ ਰਿਹਾ ਬਿਲਕੁਲ। ਰੂਮੀ ਸਾਹਿਬ ਕੋਟ ਭੇਜਦੇ ਹੁੰਦੇ ਆ, 2 forms 2 faces but a single soul, you and I। ਠੀਕ ਹੈ, 2 forms 2 faces ਮੈਂ ਤੁਹਾਡੇ ਨਾਲ ਕਰ ਰਿਹਾ, but a single soul, you and I। सोल, रोशनी, एनर्जी कनेक्टेड है अगर इन्हों तुसी सही तरह नाल कनेक्ट करते हो। समटाइम्स द लॉस इज द मैप। उन्होंने बड़ा अच्छा रूमी साहब की कहावत है एक्सप्लेन किया डॉक्टर नजीब रूमी ने, समटाइम्स द लॉस इज द मैप टुवर्ड्स डेस्टिनेशन। So do not get lost in your loss and pain, because both have pure indicators and milestones towards your victory point sooner or later। ਲਓ ਜੀ, ਮੈਂ ਤੁਹਾਡੇ ਤੋਂ ਹੁਣ ਇਜਾਜ਼ਤ ਚਾਹਾਂਗਾ। ਕੱਲ ਇਨਸ਼ਾਅੱਲਾ ਫਿਰ ਜ਼ਿੰਦਗੀ ਰਹੀ ਤੇ ਤੁਹਾਡੇ ਨਾਲ ਰਾਬਤਾ ਹੋਏਗਾ।